जिथे कुछ अणपछाते व्यक्तियों ने एक डॉक्टर तरसेम गर्ग की क्लीनिक से एक पेट्रोल पंप सुटिया सी। उसके तहत ही पीएस कोतवाली दे विच एक FIR नंबर 120 दर्ज रजिस्टर हुई सी अंडर सैक्शन 109 BNS, जिदे विच बाद चो 113 BNS का वाधा कर दिता गया सी। पिछली प्रेस कॉन्फ्रेंस दे विच मानयोग DIG सर ते SSP मैम ने ब्रीफ किया सीगा कि इस वारदात को अंजाम देने वाले दो दोषी नकुल कुमार ते गुरविंदर सिंह खुइया सर्वर दे रहने वाले अरेस्ट कर लिए गए सी। कल बठिंडा पुलिस ने तीजा दोषी रह गया सी संदीप सिंह, ये भी अरेस्ट कर लिया है ते ये दोषी भी उस दिन मौका वारदात पे प्रेजेंट सी। जी ये जो संदीप सिंह सीगे मास्टरमाइंड तो नहीं सी, पर इन्हें बाकी दोनों दोषियों को लालच दे के काम करवाया सी। ये बठिंडा तो ही किया जी। कि पॉसिबल है कि बंदा एडी बड़ी क्राइम दी वारदात में अंजाम दे के बठिंडा च घूमे? नहीं, ਇਹਦੇ ਵਿੱਚ ਕੋਈ ਇੰਪੋਸਿबिलिटी भी नहीं है। ओके, वो बिल्कुल आ सकता है कि वो बल्कि जितों रहने वाले उतों भजूगा, वो बठिंडा च तो रह ही सकता है वो। बिल्कुल मास्टरमाइंड कौन है जिससे ਤੁਸੀਂ ਕਹਿ ਰਹੇ? जी हाले ਇਹਨੂੰ ਕਿਸੇ ਇੰਟਰਨੈਸ਼ਨਲ ਨੰਬਰ ਤੋਂ ਫੋਨ ਆਇਆ ਸੀਗਾ, ਉਹ ਅਸੀਂ ਤਾਂ ਮੋਬਾਈਲ ਫੋਰੈਂਸਿਕ ਐਨਾਲਿਸਿਸ ਲਈ ਭੇਜਿਆ। ਜਿਸ ਨੰਬਰ ਤੋਂ ਫੋਨ ਆਇਆ ਸੀ ਉਹ ਬੰਦਾ ਕਲੇਮ ਕਰ ਰਿਹਾ ਸੀ ਕਿ ਉਹ ਸ਼ਹਿਜ਼ਾਦ ਭੱਟੀ ਹੈ। ਉਹ ਜਦੋਂ ਫੋਰੈਂਸਿਕ ਐਨਾਲਿਸਿਸ ਦੀ ਰਿਪੋਰਟ ਆਏਗੀ ਉਦੋਂ ਐਗਜ਼ੈਕਟਲੀ ਕਲੀਅਰ ਹੋਊਗਾ ਕਿ ਇਹਦਾ ਮਾਸਟਰਮਾਈਂਡ ਕੌਣ ਸੀ। ਮੈਡਮ ਦਾ ਬੈਕਗ੍ਰਾਉਂਡ ਕੀ ਹੈ ਜੀ ਇਹ 22-23 ਸਾਲਾਂ ਦਾ ਮੁੰਡਾ ਹੈ, BA ਕਰ ਰਿਹਾ ਸੀ 3rd ਈਅਰ ਦੇ ਵਿੱਚ ਮਲੋਟ ਤੋਂ ਤੇ ਅਨਇੰਪਲੋਇਡ। ਇਹਨੇ ਕਿਉਂ ਕਰਵਾਇਆ? ਕੌਣ ਨੇ ਵਿਅਕਤੀਆਂ ਨੇ ਕਾਰਨ ਕਰਵਾਈ ਕਿਉਂ ਕਰਵਾਈ? ਇਹ ਹੁਣ ਤੱਕ ਤਾਂ ਜਿੰਨਾ ਪਤਾ ਲੱਗਿਆ ਉਹੀ ਸੀ ਕਿ ਫਾਈਨੈਂਸ਼ੀਅਲ ਐਂਗਲ ਇਨਵੋਲਵਡ ਹੈ। ਲਾਲਚ ਦੇ ਕੇ ਇਹਨੂੰ ਜਿਸ ਨੰਬਰ ਤੋਂ ਫੋਨ ਆਇਆ ਸੀ ਉਹਨਾਂ ਨੇ ਇਹਨੂੰ 10 ਲੱਖ ਦਾ ਲਾਲਚ ਦਿੱਤਾ ਸੀ ਕਿ ਇਹ ਇਨਸੀਡੈਂਟ ਕਰਤਾ ਤੈਨੂੰ 10 ਲੱਖ ਦੇਵਾਂਗੇ। ਉਹਦੇ ਵਿੱਚ ਇਹਨੂੰ ਇਹ ਫੋਨ ਤੇ 5000 ਟ੍ਰਾਂਜੈਕਸ਼ਨ ਵੀ ਹੋਈ ਹੈ ਤੇ ਹਾਲੇ ਤੱਕ ਜਿਹੜਾ ਹੈ ਉਹਦਾ ਇਹੀ ਲੱਗਦਾ ਕਿ ਫਾਈਨੈਂਸ਼ੀਅਲ ਰੀਜ਼ਨ ਕਰਕੇ ਹੀ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੇ ਟੈਕਸ ਕੀ ਹੈ? ਕੌਣ ਜੀ? ਸੰਪਰਕ ਕੀ ਹੈ ਜੀ? ਉਹ ਜੀ ਉਹਨੂੰ ਫੋਨ ਹੀ ਆਇਆ ਸੀ ਕਿਸੇ ਇੰਟਰਨੈਸ਼ਨਲ ਨੰਬਰ ਤੋਂ। ਜਦੋਂ ਉਹਨੇ ਰਿਸਪੌਂਡ ਕੀਤਾ ਤਾਂ ਉਹਨਾਂ ਨੇ ਇਹਨੂੰ ਪੈਸੇ ਦਾ ਲਾਲਚ ਦਿੱਤਾ ਤੇ ਉਹ ਮੰਨ ਗਿਆ ਕੰਮ ਕਰਨ। ਇਹ ਮੈਡਮ ਜਿਹੜੇ ਪਤਾ ਹੈ ਨਹੀਂ, ਪਹਿਲਾਂ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜੇ ਪਹਿਲਾਂ ਦੋ ਜਣੇ ਫੜੇ ਜੀ, ਉਹਨਾਂ ਨੂੰ ਇਹਨੇ ਪੈਸੇ ਦਿੱਤੇ ਸੀ ਜਾਂ ਨਹੀਂ, ਹਲੇ ਕਿ ਦੇਣੇ ਸੀ? 500 ਰੁਪਏ ਦਿੱਤਾ ਸੀ, ਹੋਰ ਦੇਣੇ ਸੀ। ਕਿੰਨੇ ਚ ਹੋਈ ਸੀ ਕੁੱਲ ਗੱਲ ਹੈ? ਇਹ ਨਹੀਂ ਪਤਾ ਜੀ, ਹਲੇ ਅਸੀਂ ਕੱਲ ਹੀ ਦੀ ਰੈਸਟ ਹਾਲੇ ਨਹੀਂ, ਹਲੇ ਕਰਨੀ ਹੈ ਕੁਝ ਰਿਮਾਂਡ ਲੈ ਕੇ। ਪਾਸਪੋਰਟ 3000 ਰੁਪਏ ਦੀ ਗੱਲ ਕੀਤੀ ਉਹ ਪੈਸੇ ਦੇਣੇ ਹੈ ਜੀ, 500 ਦੇਤਾ ਸੀਗਾ, ਬਾਕੀ ਦੇਣੇ ਸੀ। ਕਾਰਨ ਕੀ ਸੀ ਕਿਉਂ ਤਰੀਕੇ ਕੀ ਕਰਦਾ ਉਹ ਦੇਖੀ? ਦੇਖੋ ਜੋ ਇਹਨੇ ਜਿਹੜਾ ਸੰਦੀਪ ਸਿੰਘ ਜਿਹੜਾ ਦੋਸ਼ੀ ਫੜਿਆ ਇਹਨੇ ਤਾਂ ਪੈਸੇ ਦੇ ਲਾਲਚ ਨਾਲ ਹੀ ਕੀਤਾ ਸੀ। ਹੁਣ ਜੋ ਹੈਂਡਲਰਸ ਹੈ ਜਿਨ੍ਹਾਂ ਨੇ ਇਹ ਤੋਂ ਕਰਾਇਆ ਉਹਨਾਂ ਨੇ ਤਾਂ ਆਬਵੀਅਸਲੀ ਮਾਹੌਲ ਖਰਾਬ ਕਰਨ ਵਾਸਤੇ, ਦਹਿਸ਼ਤ ਵਾਸਤੇ ਹੀ ਕਰਾਇਆ ਹੋਣਾ। ਇਹੀ ਰੀਜ਼ਨ ਹੋ ਸਕਦਾ। ਨਹੀਂ, ਐਡਿਕਟ ਨਹੀਂ ਹੈ। ਮੈਡਮ ਪੜ੍ਹੇ ਲਿਖੇ ਕਿੰਨੇ ਇੰਜ ਜੀ BA ਜਿਹੜਾ ਤੀਜਾ ਮੁੰਡਾ ਫੜਿਆ ਉਹ ਤਾਂ BA ਕਰ ਰਿਹਾ। ਜਿਹੜੀ ਪੇਮੈਂਟ 500 ਰੁਪਏ ਨਹੀਂ 500 ਰੁਪਏ ਜਿਹੜਾ ਦਿੱਤਾ ਹੈ 500 ਰੁਪਏ ਕਿਵੇਂ ਮੰਨ ਗਏ? ਦੇਖੋ ਇਨੀਸ਼ੀਅਲ ਜਿਹੜੀ ਪੇਮੈਂਟ ਦੀ ਅਮਾਉਂਟ ਫਿਕਸ ਹੋਈ ਸੀ ਉਹ 10 ਲੱਖ ਹੋਈ ਸੀ। ਇਹਨਾਂ ਨੂੰ ਇਹ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਭੇਜ ਦਾਂਗੇ ਤੇ ਇਨੀਸ਼ੀਅਲ ਅਮਾਉਂਟ 500 ਦਿੱਤੀ, ਉਸ ਤੋਂ ਬਾਅਦ ਹੋਰ ਅਮਾਉਂਟ ਦੇਣੀ ਹੋਣੀ, ਉਸ ਤੋਂ ਪਹਿਲੇ ਹੀ ਫੜੇ ਗਏ। 500 ਦੀ 10 ਲੱਖ ਦਾ ਬਾਕੀ ਬੋਲ ਹੈ। ਦੇਖੋ ਹੁਣ ਮੈਂ ਤਾਂ ਤੁਹਾਡੇ ਮੇਰੇ ਸਾਹਮਣੇ ਜੋ ਗੱਲ ਆਈ ਉਹੀ ਬੋਲ ਰਹੀ ਹਾਂ। ਲਿਖਿਆ ਮੈਡਮ? ਹਾਂਜੀ 5000 ਆਇਆ ਸੀ ਜਿਹੜਾ ਗੂਗਲ ਉਹਨਾਂ ਨੂੰ ਮੁੰਡਿਆਂ ਨੂੰ 500 ਰੁਪਏ ਹਾਂਜੀ। ਉਹ ਹੋ ਗਿਆ ਜੀ ਆਈਡੈਂਟੀਫਾਈ ਉਹ ਕਿਹੜੇ ਅਕਾਊਂਟ ਤੋਂ ਕਿੱਥੋਂ ਆਇਆ 500 ਰੁਪਏ? ਨਹੀਂ ਉਹ ਕਰਨਾ ਹੈ ਜੀ, ਹਲੇ ਫੋਨਸ ਭੇਜੇ ਹੋਏ ਫੋਰੈਂਸਿਕ ਐਨਾਲਿਸਿਸ ਲਈ, ਡਿਲੀਟ ਕਰ ਦਿੰਦਾ ਹਰ ਕੋਈ ਆਪਣਾ ਰਿਕਾਰਡ। ਉਹ ਜਦੋਂ ਆਊਗੀ ਫੋਰੈਂਸਿਕ ਦੀ ਰਿਪੋਰਟ ਉਹ ਤਾਂ ਕਲੈਰੀਫਾਈ ਹੋ ਜਾਏਗਾ। ਮੈਨੂੰ ਲੱਗਦਾ ਇਸ ਕੇਸ 'ਚ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੇਖੋ ਡਿਪੈਂਡ ਕਰਦਾ ਜਦੋਂ ਫੋਨ ਤਿੰਨੋਂ ਫੋਨ ਜਿਹੜੇ ਪਹਿਲੇ ਵੀ ਦੋ ਦੋਸ਼ੀ ਫੜੇ ਸੀ ਨਕੁਲ ਤੇ ਗੁਰਵਿੰਦਰ ਤੇ ਕੱਲ ਜਿਹੜਾ ਦੋਸ਼ੀ ਫੜਿਆ ਸੰਦੀਪ, ਤਿੰਨਾਂ ਦੇ ਫੋਨ ਅਸੀਂ ਫੋਰੈਂਸਿਕ ਐਨਾਲਿਸਿਸ ਲਈ ਭੇਜੇ ਆ। ਉਹ ਜਦੋਂ ਇੰਟਰਨੈਸ਼ਨਲ ਨੰਬਰ ਟ੍ਰੇਸ ਹੋਣਗੇ ਕਿੱਥੋਂ ਫੋਨ ਆਇਆ ਉਹ ਵੀ ਪਤਾ ਲੱਗੇਗਾ ਇਹਨਾਂ ਦਾ ਐਕਚੁਅਲੀ ਮਾਸਟਰਮਾਈਂਡ ਦੀ ਦਾਤ ਕੀ ਆਇਆ, ਕੋਈ ਹੋਰ ਦਾ ਨਾਮ ਨਹੀਂ ਕੁਝ ਵਿੱਚ ਦੌਰਾਨ ਇਹ ਤਾਂ ਕੁਝ ਕਿਸ ਦੌਰਾਨ ਪਤਾ ਲੱਗੇਗਾ। ਇਟ ਵਾਸ ਨਾਟ ਕੀ ਸਪੈਸਿਫਿਕ ਉਹੀ ਟਾਰਗੇਟ ਸੀ। ਇਹਨਾਂ ਨੇ ਤਾਂ ਬਸ ਮਾਹੌਲ ਖਰਾਬ ਕਰਨਾ ਸੀ। ਇਹਨਾਂ ਨੂੰ ਵਲਨਰੇਬਲ ਲੱਗਿਆ ਉਹ ਏਰੀਆ ਜਿੱਥੇ ਪਬਲਿਕ ਕੱਟ ਕਰਨਾ ਨੇ ਉਦੋਂ ਕੱਟ ਕਰ। ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਪੰਜਾਬ ਨਹੀਂ ਪੁਰਾਣੀ ਰੰਜਿਸ਼ ਕੋਈ ਛੋਟੇ ਬੱਚਿਆਂ ਨੂੰ ਇਨਵੋਲਵ ਕੀਤਾ ਗਿਆ ਕਿ ਉਮਰ 22 ਸਾਲ ਦੀ ਸਾਡੀ ਨਹੀਂ ਮੰਨੀ ਜੀ ਜੀ ਲੱਗਦਾ ਕਿ ਪੁਲਿਸ ਇੱਕ ਨਵਾਂ ਚਾਹੀਦਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਹੈ ਕ੍ਰਾਈਮ ਦਾ ਲੱਗਿਆ ਜਾਏ। ਆਈ ਥਿੰਕ ਇਸ ਦਾ ਪੁਲਿਸ ਲਈ ਨਹੀਂ, ਐਸ ਸੋਸਾਇਟੀ ਐਜ਼ ਅ ਹੋਲ ਸਾਰਿਆਂ ਲਈ ਇਹ ਚੈਲੰਜ ਹੈ ਕਿ ਜਿਹੜੇ ਅਨਇੰਪਲੋਇਡ ਯੂਥ ਹੈ ਉਹਨਾਂ ਨੂੰ ਹੀ ਇਹਦੇ ਵਿੱਚ ਪੈਸੇ ਦਾ ਲਾਲਚ ਦੇ ਕੇ ਲਿੱਤਾ ਜਾ ਰਿਹਾ। ਪੁਲਿਸ ਲਈ ਤਾਂ ਚੈਲੰਜ ਹੈ ਬਟ ਮੀਡੀਆ ਲਈ ਹਰ ਕਿਸੇ ਲਈ ਚੈਲੰਜ ਹੈ ਕਿਉਂਕਿ ਇਹ ਇਹੀ ਜੇ ਇੰਪਲੋਇਡ ਹੋਣ ਤਾਂ ਆਬਵੀਅਸਲੀ ਇਸ ਕੰਮ ਵੱਲ ਨਾ ਜਾਣ। समाज ही है बिल्कुल जी, पुलिस भी समाज का ही पार्ट है। पुलिस इज आल्सो इंस्टीट्यूशन ऑफ सोसाइटी, ये सोसाइटी एज अ होल द रिस्पांसिबिलिटी। मैम ਜਿਹੜੇ ਪਹਿਲਾਂ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਕਾਬੂ ਕੀਤੇ ਗਏ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ? ਉਹਨਾਂ ਨੇ ਤਾਂ ਇਹੀ ਕਿਹਾ ਸੀ ਜੀ ਕਿ ਸਾਨੂੰ ਪੈਸੇ ਦੇ ਲਾਲਚ ਦੇ ਕੇ, ਸਾਡੇ ਤਿੰਨੋਂ ਦੋਸਤ ਹੀ ਹੈ ਸੰਦੀਪ
ਨਕੁਲ ਤੇ ਗੁਰਵਿੰਦਰ। ਉਹਨਾਂ ਨੇ ਪੈਸੇ ਦੇ ਲਾਲਚ ਵਿੱਚ ਹੀ ਕੀਤਾ ਹੈ, ਉਹਨਾਂ ਦੇ ਹੋਰ ਕੋਈ ਇਹਦੇ ਵਿੱਚ ਵੰਸ਼ਾ ਕੋਈ ਖੁਲਾਸਾ ਨਹੀਂ ਨਹੀਂ ਜੀ। ਇੱਕ ਵੀਡੀਓ ਦੀ ਚਰਚਾ ਸੀ ਜਿਹੜੀ ਬਣਾ ਕੇ ਭੇਜੀ ਗਈ ਹੈ ਜੀ ਉਹ ਦੋਸ਼ੀ ਇਹਨੇ ਹੀ ਬਣਾਈ ਸੀ, ਸੰਦੀਪ ਨੇ ਰਿਪੋਰਟ ਕੀਤੀ ਸੀ। ਇਸ ਨੂੰ ਭੇਜੀ ਗਈ ਕਿਹੜੇ ਕੁਝ ਹੈ ਉਹ ਜਿਸ ਇੰਟਰਨੈਸ਼ਨਲ ਨੰਬਰ ਤੋਂ ਇਹਨੂੰ ਫੋਨ ਆਇਆ ਸੀ ਉਸੇ ਨੰਬਰ ਤੇ ਇਹਨੇ ਸੈਂਡ ਕੀਤਾ। ਕਿੱਥੋਂ ਦਾ ਰਹਿਣ ਵਾਲਾ ਇਹ ਮੁੰਡਾ? ਇਹ ਵੀ ਕੋਈ ਸਰਵਰ ਦਾ ਹੀ ਹੈ। ਇੰਟਰਨੈਸ਼ਨਲ ਨੰਬਰ ਕਿੱਥੋਂ ਦਾ ਸੀ? ਜੋ ਡਾਕਟਰ ਸਾਹਿਬ ਕਹਿੰਦੇ ਸੀ ਯੂਕੇ ਨੰਬਰ ਤੋਂ ਆਈ ਸੀ, WhatsApp ਕੋਲ ਆਈ ਸੀ। ਉਹ ਐਕਚੁਅਲੀ ਅੱਜਕੱਲ ਦੇਖੋ ਜੀ ਨੰਬਰਸ ਬਹੁਤ ਈਜ਼ੀਲੀ ਯੂਜ਼ ਹੋ ਜਾਂਦੇ, ਫੇਕ ਨੰਬਰਸ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਨੰਬਰ ਤੋਂ ਆਈ ਉਸੇ ਕੰਟਰੀ ਦਾ ਹੈ, ਉਹ ਕਿਸੇ ਹੋਰ ਕੰਟਰੀ ਦਾ ਵੀ ਹੋ ਸਕਦਾ ਹੈ। ਦੈਟ ਇਜ਼ ਅ ਪਾਰਟ ਆਫ ਜਦੋਂ ਫੋਰੈਂਸਿਕ ਰਿਪੋਰਟ ਆਏਗੀ ਫੋਨ ਦੀ ਉਦੋਂ ਪਤਾ ਲੱਗੇਗਾ। ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਸਟੇ ਕਿਹੜੇ ਗੁੱਟ ਚ ਕੀਤੀ ਸੀ? ਨਹੀਂ ਜੀ ਹਲੇ ਪੁੱਛਗਿੱਛ ਜਿਹੜਾ ਸੰਦੀਪ ਹੈ। ਹਲੇ ਜਦੋਂ ਪੁੱਛਗਿੱਛ ਕਰਾਂਗੇ ਡਿਟੇਲ ਉਦੋਂ ਪਤਾ ਲੱਗੇਗਾ। ਠੀਕ ਹੈ ਸਰ।